ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਹਾਂਜੀ ਸੰਗਤ ਜੀ, ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਹਾਂ ਜੀ। ਅੱਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ ਜੀ। ਸ੍ਰੀ ਰਾਗ ਵਿੱਚ ਚੌਥੇ ਪਾਤਸ਼ਾਹ ਦੀ ਬਾਣੀ ਹੈ ਅਤੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 39 ਤੋਂ ਲੈ ਕੇ 41 ਤੱਕ ਵਿਚਾਰ ਕਰਦੇ ਹਾਂ ਜੀ। ਸ੍ਰੀ ਰਾਗ ਮਹੱਲਾ ਚੌਥਾ। ਘਰ ਪਹਿਲਾ। ਮੈਂ ਮਨ ਤਨ ਬਿਰਹੋ ਅਤ ਅਗਲਾ, ਕਿਉ ਪ੍ਰੀਤਮ ਮਿਲੈ ਕਰ ਆਏ। ਜਾ ਦੇਖਾ ਪ੍ਰਭ ਆਪਣਾ, ਪ੍ਰਭ ਦੇਖੀਐ ਦੁਖ ਜਾਏ। ਹਾਂਜੀ ਸੰਗਤ ਜੀ, ਗੁਰੂ ਰਾਮਦਾਸ ਜੀ ਕਹਿੰਦੇ ਕਿ ਮਤਲਬ ਜੋ ਵੀ ਬਾਣੀ ਦੇ ਵਿੱਚ ਹੈ ਉਹ ਗੁਰੂ ਰਾਮਦਾਸ ਜੀ ਜਿਸ ਤਰ੍ਹਾਂ ਕਹਿ ਤਾਂ ਆਪਣੇ 'ਤੇ ਲਾ ਕੇ ਕਰ ਰਹੇ ਨਾ, ਜਿਸ ਤਰ੍ਹਾਂ ਆਪਾਂ ਅੱਗੇ ਵੀ ਵਿਚਾਰ ਕੀਤੀ ਸੀ, ਪਰ ਹੈ ਉਹ ਸਾਡੇ ਜੀਵਾਂ ਵੱਲੋਂ ਆ, ਕਿਉਂਕਿ ਗੁਰੂ ਪਾਤਸ਼ਾਹ ਤਾਂ ਮਤਲਬ ਪਹਿਲਾਂ ਹੀ ਅਭੇਦ ਨੇ ਪਰਮਾਤਮਾ 'ਚ। ਕਹਿੰਦੇ ਮੇਰੇ ਮਨ ਅਤੇ ਤਨ ਵਿੱਚ ਕਹਿੰਦੇ ਪਰਮਾਤਮਾ ਨੂੰ ਮਿਲਣ ਦੇ ਲਈ ਬਹੁਤ ਵਿਛੋੜਾ ਲੱਗਿਆ ਹੋਇਆ ਕਿ ਕਦੋਂ ਪਰਮਾਤਮਾ ਪਤੀ ਮੈਨੂੰ ਮੇਰੇ ਹਿਰਦੇ ਘਰ ਦੇ ਵਿੱਚ ਆ ਕੇ ਮਿਲੇ। ਕਹਿੰਦੇ ਜਦੋਂ ਮੈਂ ਆਪਣੇ ਪਰਮਾਤਮਾ ਪਤੀ ਦਾ ਦਰਸ਼ਨ ਪਾ ਲੈਂਦਾ, ਉਦੋਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ। ਜਾਏ ਪੁੱਛਾਂ ਤਿਨ ਸੱਜਣਾ, ਪ੍ਰਭ ਕਿਤ ਬਿਦ ਮਿਲੈ ਮਿਲਾਏ। ਕਹਿੰਦੇ ਉਹ ਜੀਵ ਇਸਤਰੀਆਂ ਜਿਹੜੀਆਂ ਪਹਿਲਾਂ ਹੀ ਪਤੀ ਪਰਮੇਸ਼ਰ ਪਰਮਾਤਮਾ ਨਾਲ ਮਿਲੀਆਂ ਹੋਈਆਂ ਨੇ, ਕਹਿੰਦੇ ਮੈਂ ਉਹਨਾਂ ਨੂੰ ਜਾ ਕੇ ਪੁੱਛਾਂ ਕਿ ਕਿਹੜੇ ਤਰੀਕੇ ਨਾਲ ਮੈਂ ਪਰਮਾਤਮਾ ਦਾ ਮਿਲਾਪ ਹਾਸਲ ਕਰ ਸਕਾਂ। ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ, ਹਮ ਮੂਰਖ ਮੁਗਧ ਸਰਨਾਗਤੀ। ਕਰ ਕਿਰਪਾ ਮੇਲੇ ਹਰ ਸੋਏ ਰਹਾਓ। ਹਾਂਜੀ, ਫਿਰ ਕਹਿੰਦੇ ਕਿ ਮੇਰੇ ਸਤਿਗੁਰ ਤੋਂ ਬਿਨਾਂ ਕਹਿੰਦੇ ਹੋਰ ਕੋਈ ਨਹੀਂ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਸਕੇ। ਕਹਿੰਦੇ ਅਸੀਂ ਕਹਿੰਦੇ ਅਣਜਾਣ ਮੂਰਖ ਕਹਿੰਦੇ ਗੁਰੂ ਦੀ ਸ਼ਰਨ ਪੈਂਦੇ ਹਾਂ। ਕਹਿੰਦੇ ਗੁਰੂ ਹੀ ਫਿਰ ਕਿਰਪਾ ਕਰਕੇ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਨੇ। ਰਹਾਓ। ਸਤਿਗੁਰ ਦਾਤਾ ਹਰ ਨਾਮ ਕਾ, ਪ੍ਰਭ ਆਪ ਮਿਲਾਵੈ ਸੋਏ। ਕਹਿੰਦੇ ਜਿਹੜੇ ਸਤਿਗੁਰ ਆ ਉਹ ਦਾਤਾ ਹੈ ਪਰਮਾਤਮਾ ਦਾ ਨਾਮ ਦੇਣ ਵਾਲਾ। ਫਿਰ ਕਹਿੰਦੇ ਜਦੋਂ ਸਤਿਗੁਰੂ ਆਪਣਾ ਸਤਿਗੁਰ ਪਰਮਾਤਮਾ ਦਾ ਨਾਮ ਦੇ ਦਿੰਦੇ ਨੇ ਨਾ, ਫਿਰ ਪਰਮਾਤਮਾ ਸਾਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਸਤਿਗੁਰ ਹਰ ਪ੍ਰਭ ਬੁੱਝਿਆ, ਗੁਰ ਜੇਵੜ ਅਵਰ ਨਾ ਕੋਏ। ਕਹਿੰਦੇ ਗੁਰੂ ਜਿੱਡਾ ਵੱਡਾ ਕੋਈ ਨਹੀਂ, ਗੁਰੂ ਸਭ ਤੋਂ ਵੱਡਾ। ਕਿਉਂ? ਕਹਿੰਦੇ ਗੁਰੂ ਨੇ ਪਰਮਾਤਮਾ ਦੇ ਨਾਲ ਜਾਣ ਪਛਾਣ ਪਾ ਲਈ ਆ, ਪਰਮਾਤਮਾ ਬਾਰੇ ਗੁਰੂ ਨੂੰ ਪਤਾ। ਹਉ ਗੁਰ ਸਰਨਾਈ ਟਹਿ ਪਵਾ, ਕਰ ਦਿਆ ਮੇਲੇ ਪ੍ਰਭ ਸੋਏ। ਕਹਿੰਦੇ ਫਿਰ ਮੈਂ ਤਾਂ ਗੁਰੂ ਦੀ ਸ਼ਰਨ 'ਚ ਜਾ ਕੇ ਕਹਿੰਦੇ ਡਿੱਗ ਜਾਵਾਂ, ਕਿਉਂ ਕਹਿੰਦੇ ਫਿਰ ਗੁਰੂ ਹੀ ਦਇਆ ਕਰਕੇ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ। ਮਨ ਹਠ ਕਿਨੈ ਨਾ ਪਾਇਆ, ਕਰ ਉਪਾਵ ਥੱਕੇ ਸਭ ਕੋਏ। ਕਹਿੰਦੇ ਆਪਣੇ ਮਨ ਦੇ ਹਠ ਕਰਨ ਨਾਲ, ਕੋਈ ਮਨ ਦਾ ਹਠ ਕਰਕੇ ਕੋਈ ਕਰਮ ਕਰੇ, ਉਹਦੇ ਨਾਲ ਕਹਿੰਦੇ ਕਿਸੇ ਨੇ ਨਹੀਂ ਪਰਮਾਤਮਾ ਨੂੰ ਪਾਇਆ। ਸਾਰੀ ਦੁਨੀਆ ਕਹਿੰਦੇ ਇਹ ਕਰ ਕਰਕੇ ਥੱਕ ਗਈ ਆ। ਸਹਿਸ ਸਿਆਣਪ ਕਰ ਰਹੇ, ਮਨ ਕੋਰੈ ਰੰਗ ਨਾ ਹੋਏ। ਕਹਿੰਦੇ ਚਾਹੇ ਕੋਈ ਕਿੰਨੀਆਂ ਸਿਆਣਪਾਂ ਕਰ ਲਵੇ, ਪਰ ਪਰਮਾਤਮਾ ਇਸ ਤਰ੍ਹਾਂ ਨਹੀਂ ਮਿਲਦੇ। ਪਰਮਾਤਮਾ ਕਹਿੰਦੇ ਜਦੋਂ ਰੰਗ ਅੰਦਰੋਂ ਹਿਰਦਾ ਕੋਰਾ ਨਾ, ਫਿਰ ਨਹੀਂ ਮਿਲਦੇ। ਪਰਮਾਤਮਾ ਪ੍ਰੇਮ ਭਿੱਜੇ ਜਿਹੜਾ ਦਿਲ ਆ ਨਾ, ਉਹਦੇ 'ਚ ਆ ਕੇ ਵਸਦੇ ਨੇ।
ਕੂੜ ਕਪਟ ਕਿਨੇ ਨਾ ਪਾਇਓ, ਜੋ ਬੀਜੈ ਖਾਵੈ ਸੋਏ। ਕਹਿੰਦੇ ਹੋਰ ਕੋਈ ਚਾਹੇ ਮਤਲਬ ਉੱਪਰੋਂ ਧਾਰਮਿਕ ਦਿਖਾਵੇ ਵਾਲੇ ਕੋਈ ਕੰਮ ਕਰੇ ਤੇ ਅੰਦਰ ਕੂੜ ਕਪਟ ਹੋਵੇ, ਕਹਿੰਦੇ ਉਹਨਾਂ ਨੂੰ ਵੀ ਨਹੀਂ ਪਰਮਾਤਮਾ ਮਿਲਦਾ, ਸਿਰਫ ਦਿਖਾਵੇ ਦੇ ਧਾਰਮਿਕ ਕੰਮ ਕਰਨ ਨਾਲ। ਪਰ ਜਿਵੇਂ ਦਾ ਕੋਈ ਕਹਿੰਦੇ ਬੀਜਦਾ ਫਿਰ ਉੱਦਾਂ ਦਾ ਉਹ ਕੋਈ ਖਾ ਲੈਂਦਾ, ਜਿਵੇਂ ਦਾ ਕੋਈ ਕਰਮ ਕਰਦਾ ਫਿਰ ਉਸ ਤਰ੍ਹਾਂ ਦੇ ਉਹਨੂੰ ਭੋਗਣਾ ਪੈਂਦਾ। ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਰਾਸ। ਕਹਿੰਦੇ ਹੇ ਪਰਮਾਤਮਾ, ਸਾਰੇ ਜੀਵਾਂ ਨੂੰ ਤੇਰਾ ਹੀ ਸਹਾਰਾ, ਕਿ ਵੀ ਤੂੰ ਹੀ ਸਾਨੂੰ ਮਿਲਾਵੇਂਗਾ ਆਪਣੇ ਨਾਲ, ਤੂੰ ਹੀ ਸਾਡੀ ਸਾਰਿਆਂ ਦੀ ਰਾਸ ਪੂੰਜੀ ਹੈ। ਪ੍ਰਭ ਤੁਧੋਂ ਖਾਲੀ ਕੋ ਨਹੀਂ, ਦਰ ਗੁਰਮੁਖਾਂ ਨੂੰ ਸਾਬਾਸ। ਕਹਿੰਦੇ ਹੇ ਪਰਮਾਤਮਾ, ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਜਦੋਂ ਕੋਈ ਗੁਰੂ ਦੇ ਸਨਮੁਖ ਹੋ ਕੇ ਆਉਂਦਾ ਨਾ ਤੇਰੀ ਸ਼ਰਨ, ਤਾਂ ਫਿਰ ਤੇਰੇ ਦਰ ਤੋਂ ਉਹਨੂੰ ਸ਼ਾਬਾਸ਼ ਮਿਲਦੀ ਆ, ਵਡਿਆਈ ਮਿਲਦੀ ਆ। ਬਿਖ ਭੌਜਲ ਡੁੱਬਦੇ ਕੱਢ ਲੈ, ਜਨ ਨਾਨਕ ਕੀ ਅਰਦਾਸ। ਹਾਂਜੀ, ਫਿਰ ਜੀਵਾਂ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ। ਕਹਿੰਦੇ ਇਹ ਜਗਤ ਦੇ ਜੀਵ ਕਹਿੰਦੇ ਵੀ ਇਹ ਜਿਹੜੇ ਵਿਕਾਰਾਂ ਦੇ ਭੌਜਲ ਦੇ ਵਿੱਚ, ਸਮੁੰਦਰ ਦੇ ਵਿੱਚ ਡੁੱਬ ਰਹੇ ਨੇ, ਕਹਿੰਦੇ ਨਾਨਕ ਦੀ ਅਰਦਾਸ ਆ ਤੇਰੇ ਦਾਸ ਦੀ। ਕਹਿੰਦੇ ਵੀ ਇਹ ਜਿਹੜੇ ਜੀਵ ਨੇ ਡੁੱਬਦੇ ਨੇ ਭੌਜਲ ਦੇ ਵਿੱਚ, ਵਿਕਾਰਾਂ ਦੇ ਵਿੱਚ, ਪਰਮਾਤਮਾ ਇਹਨਾਂ ਨੂੰ ਡੁੱਬਦਿਆਂ ਨੂੰ ਕੱਢ ਲੈ। ਸ੍ਰੀ ਰਾਗ ਮਹੱਲਾ ਚੌਥਾ। ਨਾਮ ਮਿਲੈ ਮਨ ਤ੍ਰਿਪਤੀਐ, ਬਿਨ ਨਾਮੈ ਤ੍ਰਿਗ ਜੀਵਾਸ। ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਸਾਨੂੰ ਮਿਲ ਜਾਂਦਾ ਨਾ, ਫਿਰ ਸਾਡੀ ਕਹਿੰਦੇ ਸਾਰੀ ਜਿਹੜੀ ਤ੍ਰਿਸ਼ਨਾ ਹੈਗੀ ਆ ਉਹ ਖਤਮ ਹੋ ਜਾਂਦੀ ਆ, ਤੇ ਸਾਡਾ ਮਨ ਕਹਿੰਦੇ ਰੱਜ ਜਾਂਦਾ, ਆਸਾ ਤ੍ਰਿਸ਼ਨਾ ਸਾਰੀਆਂ ਚੀਜ਼ਾਂ ਵੱਲੋਂ ਰੱਜ ਜਾਂਦਾ। ਪਰ ਕਹਿੰਦੇ ਬਿਨਾਂ ਨਾਮ ਤੋਂ ਪਰਮਾਤਮਾ ਦੇ ਜਿਹੜਾ ਜੀਣਾ ਉਹ ਵਿਅਰਥ ਆ, ਤ੍ਰਿਗ ਹੈਗਾ। ਕੋਈ ਗੁਰਮੁਖ ਸੱਜਣ ਜੇ ਮਿਲੈ, ਮੈਂ ਦੱਸੇ ਪ੍ਰਭ ਗੁਣ ਤਾਸ। ਕਹਿੰਦੇ ਕੋਈ ਗੁਰਮੁਖ ਸੱਜਣ ਜੇ ਮੈਨੂੰ ਮਿਲ ਜਾਵੇ ਤਾਂ ਉਹ ਮੈਨੂੰ ਗੁਣਾਂ ਦੇ ਖਜ਼ਾਨੇ ਪਰਮਾਤਮਾ ਬਾਰੇ ਦੱਸੇ। ਹਉ ਤਿਸ ਵਿਟੋਂ ਚੌਖੰਨੀਐ, ਮੈਂ ਨਾਮ ਕਰੇ ਪਰਗਾਸ। ਕਹਿੰਦੇ ਫਿਰ ਕੀ ਹੋਊਗਾ, ਕਹਿੰਦੇ ਜੇ ਮੈਨੂੰ ਕੋਈ ਇੱਦਾਂ ਦਾ ਗੁਰਮੁਖ ਮਿਲ ਜੂਗਾ, ਕਹਿੰਦੇ ਮੈਂ ਆਪਣੇ ਸਰੀਰ ਦੇ 4 ਟੋਟੇ ਕਰ ਦੂੰ ਉਹਦੇ ਲਈ, ਵਾਰਿਆ ਜਾਊਂ ਉਹਦੇ ਤੋਂ। ਕਹਿੰਦੇ ਜੋ ਮੇਰੇ ਅੰਦਰ ਪਰਮਾਤਮਾ ਦੇ ਨਾਮ ਦੇ ਨਾਲ ਚਾਨਣਾ ਕਰ ਦੇਵੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੇਰੇ ਪ੍ਰੀਤਮਾ ਹਉ ਜੀਵਾ ਨਾਮ ਤੇ ਆਏ, ਬਿਨ ਨਾਵੈ ਜੀਵਨ ਨਾ ਥੀਐ। ਮੇਰੇ ਸਤਿਗੁਰ ਨਾਮ ਦਿਰੜਾਏ ਰਹਾਓ। ਕਹਿੰਦੇ ਹੇ ਮੇਰੇ ਪ੍ਰੀਤਮ, ਹੇ ਮੇਰੇ ਪਤੀ ਪਰਮੇਸ਼ਰ, ਕਹਿੰਦੇ ਮੈਂ ਨਾਮ ਤੇ ਆ ਕੇ ਜ਼ਿੰਦਗੀ ਪਾਉਣਾ। ਕਹਿੰਦੇ ਤੇਰੇ ਨਾਮ ਤੋਂ ਬਿਨਾਂ ਮਤਲਬ ਜਿਹੜਾ ਜੀਣਾ, ਕਹਿੰਦੇ ਉਸ ਤਰ੍ਹਾਂ ਦਾ ਜੀਣਾ ਮੈਨੂੰ ਚਾਹੀਦਾ ਹੀ ਨਹੀਂਗਾ, ਉਹ ਕੋਈ ਜੀਣਾ ਹੀ ਨਹੀਂ ਹੈਗਾ। ਕਹਿੰਦੇ ਸਤਿਗੁਰ ਮੇਰੇ ਅੰਦਰ ਨਾਮ ਕਹਿੰਦੇ ਦਿਰੜਾ ਦਿਓ ਪਰਮਾਤਮਾ ਦਾ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ। ਸਤਿਗੁਰ ਸੇਵੈ ਲੱਗਿਆ, ਕੱਢ ਰਤਨ ਦੇਵੈ ਪਰਗਾਸ। ਕਹਿੰਦੇ ਜੋ ਪਰਮਾਤਮਾ ਦਾ ਨਾਮ ਆ ਇਹ ਬਹੁਤ ਹੀ ਵੱਡਾ ਅਮੋਲਕ ਰਤਨ ਆ, ਸਭ ਤੋਂ ਹੀ ਵੱਡਾ ਰਤਨ ਆ ਕਹਿੰਦੇ ਇਹ ਦੁਨੀਆ ਦਾ। ਪਰ ਇਹ ਸਤਿਗੁਰ ਦੇ ਕੋਲ ਆ, ਗੁਰੂ ਦੇ ਕੋਲ ਆ। ਕਹਿੰਦੇ ਜੇ ਅਸੀਂ ਸਤਿਗੁਰ ਦੀ ਸੇਵਾ 'ਚ ਲੱਗਦੇ ਹਾਂ, ਸਤਿਗੁਰ ਦੀ ਸ਼ਰਨ ਜਾਂਦੇ ਹਾਂ ਨਾ, ਫਿਰ ਸਤਿਗੁਰ ਕਹਿੰਦੇ ਇਹ ਜਿਹੜਾ ਨਾਮ ਰਤਨ ਸਭ ਤੋਂ ਵੱਡਾ ਰਤਨ ਕਹਿੰਦੇ ਦੁਨੀਆ ਦਾ, ਫਿਰ ਸਾਡੇ ਕਹਿੰਦੇ ਅੰਦਰ ਉਹਦਾ ਪ੍ਰਗਾਸ ਕਰ ਦਿੰਦੇ ਨੇ।
ਧਨ ਵਡਭਾਗੀਆ ਜੋ ਆਏ ਮਿਲੇ ਗੁਰ ਪਾਸ। ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜੋ ਕਹਿੰਦੇ ਆ ਕੇ ਗੁਰੂ ਨੂੰ ਮਿਲਦੇ ਨੇ, ਬਹੁਤ ਵੱਡੇ ਭਾਗਾਂ ਵਾਲੇ ਨੇ। ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ। ਕਹਿੰਦੇ ਜੋ ਸਤਿਗੁਰੂ ਨੂੰ ਨਹੀਂ ਮਿਲਦੇ ਉਹ ਕਹਿੰਦੇ ਭਾਗਾਂ ਵਾਲੇ ਨਹੀਂ ਹੈਗੇ, ਉਹ ਭਾਗਹੀਣ ਨੇ, ਉਹ ਬਿਨਾਂ ਭਾਗਾਂ ਤੋਂ ਨੇ। ਕਹਿੰਦੇ ਉਹ ਆਤਮਕ ਮੌਤ ਦੇ ਵਸ ਪਏ ਰਹਿੰਦੇ ਨੇ। ਓਏ ਫਿਰ ਜੋਨ ਪਵਾਈਐ ਵਿੱਚ ਵਿਸਟਾ ਕਰ ਵਿਕਰਾਲ। ਕਹਿੰਦੇ ਕਿਉਂਕਿ ਉਹ ਵਿਕਾਰਾਂ ਦੇ ਗੰਦ ਵਿੱਚ ਹੀ ਰਹਿੰਦੇ ਨੇ, ਫਿਰ ਉਹ ਦੁਬਾਰਾ ਉਹਨਾਂ ਦਾ ਜਿੱਦਾਂ ਜਨਮ ਹੁੰਦਾ ਰਹਿੰਦਾ, ਦੁਬਾਰਾ ਜਨਮ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਨੇ। ਉਹਨਾਂ ਪਾਸ ਦੁਆਸ ਨਾ ਭੇਟੀਐ ਜਿਨ ਅੰਤਰ ਕ੍ਰੋਧ ਚੰਡਾਲ। ਕਹਿੰਦੇ ਉਹ ਮਨਮੁਖ ਜਿਨ੍ਹਾਂ ਦੇ ਅੰਦਰ ਇਹ ਕ੍ਰੋਧ ਆ, ਕ੍ਰੋਧ ਨੂੰ ਇੱਕ ਤਰ੍ਹਾਂ ਦਾ ਚੰਡਾਲ ਕਿਹਾ, ਮਤਲਬ ਵੀ ਕ੍ਰੋਧ ਬਹੁਤ ਮਾੜੀ ਚੀਜ਼ ਆ। ਕਹਿੰਦੇ ਸਾਨੂੰ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਢੁਕਣਾ ਚਾਹੀਦਾ ਮਨਮੁਖਾਂ ਦੇ। ਸਤਿਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵੈ ਆਏ। ਉਨ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰੜਾਏ। ਕਹਿੰਦੇ ਜਿਹੜਾ ਸਤਿਗੁਰ ਆ ਨਾ, ਕਹਿੰਦੇ ਉਹ ਅੰਮ੍ਰਿਤਸਰ, ਉਹ ਅੰਮ੍ਰਿਤ ਦਾ ਭਰਿਆ ਹੋਇਆ ਸਰੋਵਰ ਆ। ਜਿਹੜੇ ਵੱਡੇ ਭਾਗਾਂ ਵਾਲੇ ਨੇ ਨਾ, ਫਿਰ ਉਹ ਗੁਰੂ ਜੋ ਅੰਮ੍ਰਿਤ ਦਾ ਭਰਿਆ ਸਰੋਵਰ ਆ ਉਹਦੇ ਵਿੱਚ ਨਹਾਉਂਦੇ ਨੇ, ਮਤਲਬ ਕਿ ਉਹਦੇ ਉਪਦੇਸ਼ ਨੂੰ ਸੁਣਦੇ ਨੇ। ਕਹਿੰਦੇ ਉਹਨਾਂ ਦੀ ਫਿਰ ਜਨਮ ਦੀ ਮੈਲ ਉਤਰ ਜਾਂਦੀ ਆ ਤੇ ਗੁਰੂ ਉਹਨਾਂ ਦੇ ਅੰਦਰ ਨਾਮ ਦਿਰੜਾ ਦਿੰਦੇ ਨੇ, ਨਿਰਮਲ ਨਾਮ, ਨਿਰਮਲ। ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ। ਇਸ ਤਰ੍ਹਾਂ ਕਹਿੰਦੇ ਵੀ ਉਹ ਜਨ, ਨਾਨਕ ਜੀ ਕਹਿੰਦੇ ਵੀ ਉਹ ਜਨ ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਲਿਵ ਲਾ ਕੇ ਕੀਤੀ ਆ, ਫਿਰ ਉਹ ਸਭ ਤੋਂ ਸ੍ਰੇਸ਼ਟ ਆਤਮਿਕ ਉੱਤਮ ਪਦ ਪਾ ਲੈਂਦੇ ਨੇ। ਉਹਨਾਂ ਦਾ ਜਿਹੜਾ ਆਤਮਿਕ ਜੀਵਨ ਆ ਬਹੁਤ ਉੱਚਾ ਹੋ ਜਾਂਦਾ। ਸ੍ਰੀ ਰਾਗ ਮਹੱਲਾ ਚੌਥਾ। ਗੁਣ ਗਾਵਾਂ ਗੁਣ ਵਿਥਰਾਂ ਗੁਣ ਬੋਲੀ ਮੇਰੀ ਮਾਏ। ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ। ਕਹਿੰਦੇ ਹੇ ਮੇਰੀ ਮਾਂ, ਕਹਿੰਦੇ ਮੈਂ ਚਾਹੁੰਦਾ ਮੈਂ ਹਮੇਸ਼ਾ ਹੀ ਪਰਮਾਤਮਾ ਦੇ ਗੁਣ ਗਾਵਾਂ, ਪਰਮਾਤਮਾ ਦੇ ਗੁਣਾਂ ਦਾ ਵਿਸਥਾਰ ਕਰਾਂ ਤੇ ਪਰਮਾਤਮਾ ਦੇ ਗੁਣ ਹੀ ਹਮੇਸ਼ਾ ਬੋਲਾਂ। ਕਹਿੰਦੇ ਕੋਈ ਮੈਨੂੰ ਇੱਦਾਂ ਦਾ ਗੁਰਮੁਖ ਸੱਜਣ ਮਿਲ ਜਾਏ ਜਿਹਦੇ ਨਾਲ ਮੈਂ ਬੈਠ ਕੇ ਹਮੇਸ਼ਾ ਹਰੀ ਦੇ ਗੁਣ ਗਾਵਾਂ। ਉਹ ਗੁਰਮੁਖ ਸੱਜਣ ਜੋ ਬੜਾ ਗੁਣਕਾਰੀ ਆ, ਮੇਰੇ ਲਈ ਲਾਹੇਵੰਦ ਆ, ਕਿਉਂਕਿ ਉਹਦੇ ਨਾਲ ਬੈਠ ਕੇ ਮੈਂ ਹਰੀ ਦੇ ਗੁਣ ਗਾਵਾਂ। ਹੀਰੇ ਹੀਰ ਮਿਲ ਬੇਦਿਆ ਰੰਗ ਚਲੂਲੇ ਨਾਏ। ਕਹਿੰਦੇ ਉਹ ਜਿਹੜਾ ਗੁਰਮੁਖ ਜੋ ਹਰੀ ਦੇ ਗੁਣ ਗਾਉਂਦਾ, ਉਹ ਕਹਿੰਦੇ ਗੁਰੂ ਹੀਰੇ ਨੂੰ ਮਿਲ ਕੇ ਤੀਰ ਵਾਂਗ, ਕਹਿੰਦੇ ਵੀ ਉਹਦਾ ਦਿਲ ਮਤਲਬ ਪਰਮਾਤਮਾ ਦੇ ਨਾਲ ਬੇਧਿਆ ਗਿਆ। ਤੇ ਰੰਗ ਚਲੂਲੇ ਨਾਏ, ਕਹਿੰਦੇ ਵੀ ਉਹ ਨਾਂ ਦੇ ਵਿੱਚ ਬੜਾ ਮਤਲਬ ਪਿਆਰ ਦੇ ਨਾਲ ਲਾਲ ਗੂੜਾ ਹੋਇਆ ਪਿਆ। ਕਹਿੰਦੇ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ। ਕਹਿੰਦੇ ਹੇ ਮੇਰੇ ਗੋਬਿੰਦ, ਹੇ ਮੇਰੇ ਪਰਮਾਤਮਾ, ਤੇਰੇ ਗੁਣਾਂ ਨੂੰ ਗਾ ਗਾ ਕੇ ਮੇਰੇ ਮਨ ਨੂੰ ਤ੍ਰਿਪਤੀ ਹੁੰਦੀ ਆ। ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ। ਰਹਾਓ। ਕਹਿੰਦੇ ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਆ। ਕਹਿੰਦੇ ਗੁਰੂ ਜਦੋਂ ਖੁਸ਼ ਹੁੰਦਾ ਨਾ, ਫਿਰ ਕਹਿੰਦੇ ਗੁਰੂ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਦਿੰਦਾ।
ਮਨ ਰੰਗੋ ਵਡਭਾਗਿਓ, ਗੁਰ ਤੁਠਾ ਕਰੇ ਪਸਾਓ। ਕਹਿੰਦੇ ਹੇ ਵਡਭਾਗਿਓ, ਆਪਣੇ ਮਨ ਨੂੰ ਪਰਮਾਤਮਾ ਦੇ ਪਿਆਰ ਦੇ ਨਾਲ ਰੰਗ ਲਓ। ਕਹਿੰਦੇ ਗੁਰੂ ਜਦੋਂ ਤਰੁੱਠਦਾ ਹੈਗਾ ਨਾ, ਖੁਸ਼ ਹੁੰਦਾ, ਫਿਰ ਨਾਮ ਦੀ ਦਾਤ ਦੇ ਦਿੰਦਾ। ਗੁਰ ਨਾਮ ਦਿਰੜਾਏ ਰੰਗ ਸਿਉ, ਹਉ ਸਤਿਗੁਰ ਕੈ ਬਲ ਜਾਓ। ਕਹਿੰਦੇ ਮੈਂ ਸਤਿਗੁਰ ਤੋਂ ਬਲਿਹਾਰੇ ਜਾਂਦਾ। ਕਹਿੰਦੇ ਸਤਿਗੁਰ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜ ਕੇ ਉਹਦਾ ਨਾਮ ਸਾਡੇ ਅੰਦਰ ਪੱਕਾ ਕਰ ਦਿੰਦਾ। ਬਿਨ ਸਤਿਗੁਰ ਹਰ ਨਾਮ ਨ ਲੱਭਈ, ਲੱਖ ਕੋਟੀ ਕਰਮ ਕਮਾਓ। ਕਹਿੰਦੇ ਚਾਹੇ ਕੋਈ ਹੋਰ ਲੱਖਾਂ ਹੀ ਕਰਮ ਕਰਕੇ ਦੇਖ ਲਵੇ, ਪਰ ਸਤਿਗੁਰ ਤੋਂ ਦਿੱਤੇ ਤੋਂ ਬਿਨਾਂ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਬਿਨ ਭਾਗਾਂ ਸਤਿਗੁਰ ਨਾ ਮਿਲੈ, ਘਰ ਬੈਠਿਆਂ ਨਿਕਟ ਨਿਤ ਪਾਸ। ਕਹਿੰਦੇ ਜੇ ਸਾਡੇ ਭਾਗ ਚੰਗੇ ਨਹੀਂ ਗੇ, ਬਿਨ ਭਾਗਾਂ ਤੋਂ ਕਹਿੰਦੇ ਸਤਿਗੁਰ ਨਹੀਂ ਮਿਲਦਾ। ਚਾਹੇ ਪਰਮਾਤਮਾ ਕਹਿੰਦੇ ਵੀ ਸਾਡੇ ਅੰਦਰ ਬੈਠਾ, ਪਰ ਬਿਨਾਂ ਭਾਗਾਂ ਤੋਂ ਗੁਰੂ ਨਹੀਂ ਮਿਲਦਾ। ਕਿਉਂਕਿ ਗੁਰੂ ਨੇ ਮਿਲਣਾ ਤੇ ਗੁਰੂ ਨੇ ਨਾਮ ਦਰੜਾਉਣਾ ਹੈ। ਜਦੋਂ ਸਾਡੇ ਅੰਦਰ ਨਾਮ ਪੱਕਾ ਹੋ ਗਿਆ, ਫਿਰ ਪਰਮਾਤਮਾ ਨੇ ਗੁਰੂ ਦੇ ਰਾਹੀਂ ਸਾਨੂੰ ਮਿਲ ਜਾਣਾ। ਇਸ ਲਈ ਗੁਰੂ ਦਾ ਮਿਲਣਾ ਬਹੁਤ ਜ਼ਰੂਰੀ ਆ। ਗੁਰੂ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਇਸ ਯੁੱਗ ਵਿੱਚ ਜੋ ਸਾਡੇ ਕੋਲ ਨੇ ਹੁਣ, ਜਿਨ੍ਹਾਂ ਦੇ ਲੜ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਲਾ ਕੇ ਗਏ ਨੇ। ਵਾਹਿਗੁਰੂ ਜੀ ਵਾਹਿਗੁਰੂ। ਅੰਤਰ ਅਗਿਆਨ ਦੁਖ ਭਰਮ ਹੈ, ਵਿੱਚ ਪੜਦਾ ਦੂਰ ਪਈ ਆਸ। ਕਹਿੰਦੇ ਚਾਹੇ ਪਰਮਾਤਮਾ ਸਾਡੇ ਅੰਦਰ ਬੈਠਾ, ਪਰ ਸਾਡੇ ਤੇ ਪਰਮਾਤਮਾ ਦੇ ਵਿੱਚ ਕਹਿੰਦੇ ਇੱਕ ਅਗਿਆਨ ਦਾ ਸਾਡੇ ਦੁੱਖ ਹੈਗਾ ਅੰਦਰ, ਤੇ ਇੱਕ ਸਾਡੇ ਅੰਦਰ ਭਰਮ ਦਾ ਪੜਦਾ ਹੈਗਾ। ਤੇ ਇਸ ਕਰਕੇ ਸਾਡੇ ਅੰਦਰ ਜੋ ਅਗਿਆਨਤਾ ਦੇ ਭਰਮ ਦੇ ਪੜਦੇ ਨੇ ਨਾ, ਚਾਹੇ ਅੰਦਰ ਪਰਮਾਤਮਾ ਹੈ, ਪਰ ਸਾਨੂੰ ਪਰਮਾਤਮਾ ਬਾਰੇ ਪਤਾ ਨਹੀਂ ਹੈ। ਪਰਮਾਤਮਾ ਮਿਲਦਾ ਨਹੀਂ ਗੁਰੂ ਤੋਂ ਬਿਨਾਂ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ, ਮਨ ਮੁਖ ਲੋਹ ਬੂਡਾ ਬੇੜੀ ਪਾਸ। ਕਹਿੰਦੇ ਵੀ ਜਿਹੜਾ ਮਨਮੁਖ ਆ, ਮਨਮੁਖ ਲੋਹੇ ਵਾਂਗ ਆ, ਉਹ ਗੁਰੂ ਨੂੰ ਮਿਲਿਆ ਨਹੀਂ। ਜਦੋਂ ਮਨਮੁਖ ਲੋਹੇ ਰੂਪ ਮਨਮੁਖ ਗੁਰੂ ਨੂੰ ਮਿਲ ਜਾਂਦਾ, ਤਾਂ ਗੁਰੂ ਉਹਨੂੰ ਕੰਚਨ ਸੋਨਾ ਬਣਾ ਦਿੰਦੇ ਨੇ, ਤੇ ਫਿਰ ਉਹਦਾ ਮਿਲਾਪ ਪਰਮਾਤਮਾ ਨਾਲ ਹੋਣ ਦਾ ਜ਼ਿਆਦਾ ਮਤਲਬ ਢੰਗ ਬਣਦਾ ਕਿ ਹੁਣ ਪਰਮਾਤਮਾ ਨਾਲ ਮਿਲਾਪ ਹੋ ਜਾਣਾ। ਕੰਚਨ ਬਣ ਗਿਆ, ਹੁਣ ਸ਼ੁੱਧ ਹੋ ਗਿਆ। ਕਹਿੰਦੇ ਜਿਹੜਾ ਮਨਮੁਖ ਆ ਉਹਦੇ ਕੋਲ ਗੁਰੂ ਰੂਪੀ ਬੇੜੀ ਵੀ ਹੈ, ਪਰ ਉਹ ਕਿਉਂਕਿ ਗੁਰੂ ਨੂੰ ਮਿਲਦਾ ਨਹੀਂ, ਗੁਰੂ ਦੀ ਸ਼ਰਨ ਨਹੀਂ ਪੈਂਦਾ ਹੈਗਾ, ਫਿਰ ਕਹਿੰਦੇ ਉਹ ਸੋਨਾ ਬਣਦਾ ਹੀ ਨਹੀਂਗਾ। ਤੇ ਫਿਰ ਇੱਦਾਂ ਸੰਸਾਰ ਰੂਪੀ ਭਵਜਲ ਦੇ ਵਿੱਚ ਡੁੱਬਦਾ। ਸਤਿਗੁਰ ਬੋਹਿਥ ਹਰ ਨਾਵ ਹੈ, ਕਿਤ ਬਿਦ ਚੜਿਆ ਜਾਏ। ਸਤਿਗੁਰ ਕੈ ਪਾਣੈ ਜੋ ਚੱਲੈ, ਵਿੱਚ ਬੋਹਿਥ ਬੈਠਾ ਆਏ। ਕਹਿੰਦੇ ਜੋ ਸਤਿਗੁਰ ਆ ਨਾ, ਉਹ ਹਰੀ ਦੇ ਨਾਮ ਦਾ ਜਹਾਜ਼ ਆ, ਪਰ ਕਹਿੰਦੇ ਇਸ ਜਹਾਜ਼ ਤੇ ਚੜ੍ਹਿਆ ਕਿਵੇਂ ਜਾਏ। ਕਹਿੰਦੇ ਜੋ ਸਤਿਗੁਰ ਦੇ ਭਾਣੇ ਵਿੱਚ ਚੱਲਦਾ, ਸਤਿਗੁਰ ਦੇ ਦੱਸੇ ਹੋਏ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਢਾਲਦਾ, ਫਿਰ ਉਹ ਉਸ ਜਹਾਜ਼ ਵਿੱਚ, ਜੋ ਪਰਮਾਤਮਾ ਦੇ ਨਾਮ ਦਾ ਜਹਾਜ਼ ਆ, ਉਹਦੇ ਵਿੱਚ ਚੜ੍ਹ ਜਾਂਦਾ। ਧੰਨ ਧੰਨ ਵਡਭਾਗੀ ਨਾਨਕਾ, ਜਿਨ੍ਹਾਂ ਸਤਿਗੁਰ ਲਏ ਮਿਲਾਏ।
ਕਹਿੰਦੇ ਨਾਨਕ ਜੀ ਕਿ ਹੇ ਨਾਨਕ, ਉਹ ਧਨ ਨੇ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਸਤਿਗੁਰ ਨੇ ਪਰਮਾਤਮਾ ਦੇ ਨਾਲ ਮਿਲਾ ਦਿੱਤਾ। ਵਾਹਿਗੁਰੂ ਵਾਹਿਗੁਰੂ। ਸ੍ਰੀ ਰਾਗ ਮਹੱਲਾ ਚੌਥਾ। ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ ਤਿਨ ਜਾਓ। ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪੀਛੇ ਲਾਗ ਫਿਰਾਓ। ਕਹਿੰਦੇ ਕਿ ਮੈਂ ਜੀਵ ਇਸਤਰੀ ਕਹਿੰਦੀ ਕਿ ਮੈਂ ਰਸਤੇ 'ਤੇ ਖੜੀ ਪੁੱਛ ਰਹੀ ਹਾਂ ਸਾਰੇ ਆਉਣ ਜਾਣ ਵਾਲਿਆਂ ਨੂੰ, ਕੋਈ ਮੈਨੂੰ ਦੱਸੋ ਕਿ ਪਰਮਾਤਮਾ ਨੂੰ ਮਿਲਣ ਦਾ ਕਿਹੜਾ ਰਸਤਾ, ਕਿਹੜੇ ਰਸਤੇ 'ਤੇ ਚੱਲਾਂ। ਕਹਿੰਦੇ ਵੀ ਜਿਨ੍ਹਾਂ ਨੂੰ ਮੇਰਾ ਪਿਆਰਾ ਪਰਮਾਤਮਾ ਮਿਲਿਆ ਹੋਇਆ, ਕਹਿੰਦੇ ਮੈਂ ਉਹਨਾਂ ਦੇ ਪਿੱਛੇ ਪਿੱਛੇ ਲੱਗ ਕੇ ਤੁਰੀ ਫਿਰਦੀ ਹਾਂ ਕਿ ਮੈਨੂੰ ਕੋਈ ਦੱਸੋ ਰਸਤਾ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ। ਕਹਿੰਦੇ ਮੈਂ ਉਹਦੀਆਂ ਮਿੰਨਤਾਂ ਕਰਦੀ ਹਾਂ, ਜੋਦੜੀਆਂ ਕਰਦੀ ਹਾਂ ਕਿ ਮੈਨੂੰ ਪ੍ਰਭੂ ਨੂੰ ਮਿਲਣ ਦਾ ਚਾਓ ਆ, ਮੈਨੂੰ ਰਸਤਾ ਦੱਸ ਦਿਓ ਵੀ ਕਿਹੜੇ ਰਸਤੇ 'ਤੇ ਚੱਲਾਂ ਤੇ ਜਾ ਕੇ ਮਿਲਣਾ। ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ। ਕਹਿੰਦੇ ਹੇ ਮੇਰੇ ਭਾਈ ਜਨ, ਕੋਈ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ। ਹਉ ਸਤਿਗੁਰ ਵਿਟੋ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ। ਕਹਿੰਦੇ ਮੈਂ ਉਹ ਸਤਿਗੁਰ ਤੋਂ ਆਪਣੇ ਤੋਂ ਕੁਰਬਾਨ ਜਾਵਾਂ, ਕੁਰਬਾਨ ਜਿਹਨੇ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਵਾ ਦਿੱਤਾ। ਰਹਾਓ ਹੋਏ ਨਿਮਾਣੀ ਟਹਿ ਪਵਾ, ਪੂਰੇ ਸਤਿਗੁਰ ਪਾਸ। ਕਹਿੰਦੇ ਮੈਂ ਬਹੁਤ ਹੀ ਨਿਮਾਣੀ ਜੀ ਹੋ ਕੇ ਆਪਣੇ ਪੂਰੇ ਸਤਿਗੁਰ, ਪੂਰਾ ਸਮਰੱਥ ਸਤਿਗੁਰ ਜਿਹਦੇ ਹੱਥ ਵਿੱਚ ਦਾਤ ਆ ਨਾਮ ਦੇਣ ਦੀ ਤੇ ਪਰਮਾਤਮਾ ਨੂੰ ਮਿਲਾਉਣ ਦੀ ਸਮਰੱਥਾ, ਕਹਿੰਦੇ ਮੈਂ ਉਹਦੇ ਅੱਗੇ ਨਿਮਾਣੀ ਹੋ ਕੇ ਢਹਿ ਪਵਾਂ। ਨਿਮਾਣਿਆ ਗੁਰ ਮਾਨ ਹੈ, ਗੁਰ ਸਤਿਗੁਰ ਕਰੇ ਸਬਾਸ। ਕਹਿੰਦੇ ਉਹ ਗੁਰੂ ਸਾਡੇ ਨਿਮਾਣਿਆਂ ਦਾ ਮਾਣ ਰੱਖਣ ਵਾਲਾ, ਸਾਡਾ ਮਾਣ ਆ। ਕਹਿੰਦੇ ਗੁਰੂ ਸਾਨੂੰ ਕਹਿੰਦੇ ਫਿਰ ਵਡਿਆਈ ਦਿੰਦਾ, ਸਾਨੂੰ ਗੁਰੂ ਸਾਡੇ 'ਤੇ ਤਰੁੱਠ ਕੇ ਮਿਹਰ ਕਰਦਾ, ਕਹਿੰਦੇ ਸਾਨੂੰ ਮਿਲਾਉਣ ਦੀ ਪਰਮਾਤਮਾ ਨੂੰ। ਹਉ ਗੁਰ ਸਾਲਾਹੇ ਨਾ ਰੱਜੂ, ਮੈਂ ਮੇਲੇ ਹਰ ਪ੍ਰਭ ਪਾਸ। ਕਹਿੰਦੇ ਮੈਂ ਆਪਣੇ ਗੁਰੂ ਦੀ ਸਲਾਹਨਾ ਕਰਦਾ ਕਰਦਾ ਰੱਜਦਾ ਨਹੀਂ, ਕਿਉਂਕਿ ਗੁਰੂ ਹੀ ਆ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ। ਚਾਹੇ ਪਰਮਾਤਮਾ ਮੇਰੇ ਕੋਲ ਆ ਪਰ ਮੇਰੇ ਤੋਂ ਆਪ ਮਿਲਿਆ ਨਹੀਂ ਜਾਣਾ, ਪਰ ਗੁਰੂ ਨਹੀਂ ਮਿਲਾ ਸਕਣਾ। ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਨ ਬਹਿ ਰੋਏ। ਕਹਿੰਦੇ ਸਤਿਗੁਰ ਨੂੰ ਮਿਲਣ ਦੇ ਲਈ ਸਾਰਾ ਸੰਸਾਰ ਹੀ ਕਹਿੰਦੇ ਮਤਲਬ ਚਾਹੁੰਦਾ ਕਿ ਅਸੀਂ ਸਤਿਗੁਰ ਨੂੰ ਮਿਲੀਏ, ਪਰ ਕਹਿੰਦੇ ਬਿਨਾਂ ਭਾਗਾਂ ਤੋਂ ਸਤਿਗੁਰ ਦਾ ਮਿਲਾਪ ਵੀ ਨਹੀਂ ਹੁੰਦਾ। ਫਿਰ ਜੋ ਭਾਗਹੀਨ ਨੇ ਉਹ ਵਿਚਾਰੇ ਰੋਂਦੇ ਨੇ ਜਦੋਂ ਸਤਿਗੁਰ ਨਹੀਂ ਮਿਲਦੇ। ਜੋ ਹਰ ਪ੍ਰਭ ਭਾਣਾ ਸੋ ਥੀਆ, ਤੁਰ ਲਿਖਿਆ ਨਾ ਮਿਟੈ ਕੋਏ। ਕਹਿੰਦੇ ਇਹ ਵੀ ਮਤਲਬ ਸਾਡੇ ਧੁਰੋਂ ਲਿਖੇ ਹੋਏ ਸੰਜੋਗ ਨੇ ਕਿ ਸਾਡਾ ਸਤਿਗੁਰ ਦੇ ਨਾਲ ਮਿਲਾਪ ਹੋ ਜਾਣਾ। ਇਹ ਵੀ ਪਰਮਾਤਮਾ ਵੱਲੋਂ ਸਾਡੇ ਮੱਥੇ 'ਤੇ ਲਿਖਿਆ ਹੋਇਆ ਪਹਿਲਾਂ ਦਾ ਹੀ ਕਿ ਸਾਡਾ ਇਸ ਜਨਮ ਦੇ ਵਿੱਚ ਗੁਰੂ ਨਾਲ ਮਿਲਾਪ ਹੋਏਗਾ। ਆਪੇ ਸਤਿਗੁਰ ਆਪ ਹਰ, ਆਪੇ ਮੇਲ ਮਿਲਾਏ। ਕਹਿੰਦੇ ਪਰਮਾਤਮਾ ਹੀ ਆਪੇ ਸਤਿਗੁਰ ਦੇ ਨਾਲ ਸਾਡਾ ਮੇਲ ਮਿਲਾਉਂਦਾ। ਜਦੋਂ
ਪਰਮਾਤਮਾ ਨੇ ਸਾਡੇ ਮੱਥੇ ਤੇ ਧੁਰ ਤੋਂ ਲਿਖਿਆ ਨਾ ਕਿ ਸਾਡਾ ਪਰਮਾਤਮਾ ਨਾਲ ਮੇਲ ਹੋਊ, ਫਿਰ ਪਰਮਾਤਮਾ ਹੀ ਵਿਧੀ ਬਣਾ ਕੇ ਸਾਡਾ ਸਤਿਗੁਰ ਨਾਲ ਵੀ ਮੇਲ ਕਰਾਉਂਦੇ ਨੇ। ਆਪ ਦਿਆ ਕਰ ਮੇਲ ਸੀ, ਗੁਰ ਸਤਿਗੁਰ ਪਿਛੈ ਪਾਏ। ਕਹਿੰਦੇ ਫਿਰ ਆਪ ਹੀ ਪਰਮਾਤਮਾ ਸਤਿਗੁਰ ਦੇ ਰਾਹੀਂ ਸਾਨੂੰ ਆਪਦੇ ਚਰਨਾਂ ਨਾਲ ਮਿਲਾਉਂਦੇ ਨੇ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਹੈ ਸਮਾਏ। ਕਹਿੰਦੇ ਸਾਰਾ ਜਗਤ ਦੇ ਵਿੱਚ, ਪੂਰਾ ਜਗਤ ਦਾ ਜੀਵਨ, ਸਭ ਕੁਝ ਜੋ ਸੰਸਾਰ ਤੇ ਹੋ ਰਿਹਾ, ਸ੍ਰਿਸ਼ਟੀ ਤੇ ਹੋ ਰਿਹਾ, ਉਹ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਆਪੇ ਆ। ਜਦੋਂ ਪਰਮਾਤਮਾ ਕਿਸੇ ਜੀਵ ਦੇ ਉੱਪਰ ਤਰੁੱਠ ਕੇ ਉਹਨੂੰ ਆਪਣੇ ਨਾਲ ਮਿਲਾ ਲੈਂਦੇ ਨੇ, ਫਿਰ ਉਹ ਇੱਦਾਂ ਹੁੰਦਾ ਜਿਵੇਂ ਪਾਣੀ ਵਿੱਚ ਪਾਣੀ ਰਲ ਗਿਆ ਤੇ ਉਸ ਜੀਵ ਦੀ ਜੋਤ ਪਰਮਾਤਮਾ ਦੀ ਜੋਤ ਦੇ ਵਿੱਚ ਰਲ ਗਈ। ਮਤਲਬ ਇਸ ਤਰ੍ਹਾਂ ਫਿਰ ਜੀਵ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ। ਪਾਣੀ ਵਿੱਚ ਪਾਣੀ ਪਾਇਆ, ਕੋਈ ਦੱਸ ਨਹੀਂ ਸਕਦਾ ਕਿ ਪਹਿਲਾ ਪਾਣੀ ਕੌਣ ਸੀ, ਪੁਰਾਣਾ ਪਾਣੀ ਕਿਹੜਾ ਸੀ, ਨਵਾਂ ਕਿਹੜਾ। ਇਸ ਤਰ੍ਹਾਂ ਫਿਰ ਉਹ ਜੀਵ ਦਾ ਪਰਮਾਤਮਾ ਦੇ ਵਿੱਚ ਅਭੇਦਤਾ ਹੋ ਜਾਂਦੀ ਆ, ਜਿਸ ਨੂੰ ਆਪਾਂ ਜੀਵਨ ਮੁਕਤ ਵੀ ਕਹੀਏ। ਜੀਵਨ ਮੁਕਤ, ਜਿਸ ਤਰ੍ਹਾਂ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਕਿਸੇ ਨੇ ਮੁਕਤੀ ਦੇਖੀ ਨਹੀਂ। ਮੁਕਤੀ ਤੇ ਉਹੀ ਹੈ ਜੋ ਜੀਂਦੇ ਸਾਨੂੰ ਮਿਲ ਜਾਂਦੀ ਆ। ਮੁਕਤੀ ਕਿਸ ਤਰ੍ਹਾਂ ਦੀ? ਵਿਕਾਰਾਂ ਤੋਂ ਮੁਕਤੀ, ਆਸ਼ਾ ਤ੍ਰਿਸ਼ਨਾ ਤੋਂ ਮੁਕਤੀ। ਧੰਨ ਗੁਰੂ ਰਾਮਦਾਸ ਜੀ। ਬਹੁਤ ਵਾਰ ਮਨ ਦੇ ਵਿੱਚ ਗੁਰੂ ਰਾਮਦਾਸ ਜੀ ਬਾਰੇ ਆਉਂਦਾ ਕਿ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ, ਛੋਟੇ ਹੁੰਦਿਆਂ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਫਿਰ ਜਿਸ ਤਰ੍ਹਾਂ ਹੋਰ ਚਾਚੇ ਤਾਏ, ਕਿਸੇ ਨੇ ਮਤਲਬ ਬੱਚੇ ਨੂੰ ਕੋਈ ਆਸਰਾ ਨਹੀਂ ਦਿੱਤਾ, ਫਿਰ ਬੁੱਢੀ ਨਾਨੀ ਦੇ ਕੋਲ ਰਹੇ। ਆਪਾਂ ਨੂੰ ਸਾਰਿਆਂ ਨੂੰ ਪਤਾ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਬਾਰੇ। ਅਤੇ ਫਿਰ ਪਰਮਾਤਮਾ ਨੇ ਇਹ ਪਾਤਸ਼ਾਹ ਨੂੰ ਉਹ ਘਰ ਦਿੱਤਾ ਜਿਹੜਾ ਰਹਿੰਦੀ ਦੁਨੀਆ ਤੱਕ ਰਹਿਣਾ। ਅੰਮ੍ਰਿਤਸਰ, ਹਰਿਮੰਦਰ ਸਾਹਿਬ, ਪਾਤਸ਼ਾਹ ਦਾ ਘਰ ਸਭ ਤੋਂ ਉੱਚਾ ਔਰ ਰਹਿੰਦੀ ਦੁਨੀਆ ਤੱਕ ਰਹਿਣ ਵਾਲਾ ਘਰ ਆ। ਉਹ ਬੱਚਾ ਜਿਹੜਾ ਅਨਾਥ ਸੀ, ਪਰ ਗੁਰੂ ਦੇ ਲੜ ਲੱਗ ਕੇ ਪਰਮਾਤਮਾ ਨੇ ਉਸ ਦਾ ਘਰ ਅਟੱਲ ਕਰ ਦਿੱਤਾ। ਸੰਗਤ ਜੀ, ਵਿਚਾਰਾਂ ਕਰਦੇ ਹਾਂ, ਬਹੁਤ ਗਲਤੀਆਂ ਭੁੱਲਾਂ ਚੁੱਕਾਂ ਹੋਈਆਂ ਨੇ, ਮੁਆਫੀ ਦਿਓ ਜੀ। ਸੱਚੇ ਪਾਤਸ਼ਾਹ ਜੀ ਆਪ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਆਪ ਦੀ ਅਣਜਾਣ ਬੱਚੀ ਸਮਝ ਕੇ ਮਾफ़ ਕਰਨਾ ਜੀ, ਅੱਗੇ ਤੋਂ ਸਮੱਤ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।